ਰਾਜ ਗਿੱਲ ਨੇ ਆਡੀਓ ਰਿਕਾਰਡਿੰਗ ਰਾਹੀਂ ਪੁੱਛਿਆ ਹੈ ਕਿ ਕੱਲ੍ਹ ਜੋ ਆਪ ਜੀ ਨੇ ਪਰਮਾਤਮਾ ਦੀ ਮਾਇਆਵੀ ਸ਼ਕਤੀ ਦਾ ਜ਼ਿਕਰ ਕੀਤਾ ਹੈ, ਉਹ ਤੇ ਜਿਹੜੀ ਖੁਰਾਕ ਦੁਆਰਾ ਸਰੀਰ ਨੂੰ ਮਿਲ ਰਹੀ ਹੈ ਸ਼ਕਤੀ, ਉਹ ਇੱਕੋ ਹੀ ਹਨ ਜਾਂ ਜੁਦਾ ਹਨ? ਇਹਦਾ ਉੱਤਰ ਕੱਲ੍ਹ ਵਾਲੀ ਰਿਕਾਰਡਿੰਗ ਵਿੱਚ ਹੀ ਸੀ, ਪਰ ਤੁਹਾਨੂੰ ਸਮਝ ਵਿੱਚ ਨਹੀਂ ਆਇਆ ਤੇ ਪ੍ਰਸ਼ਨ ਖੜਾ ਹੋ ਗਿਆ। ਦੇਖੋ, ਥੋੜ੍ਹੇ ਦਿਨ ਪਹਿਲਾਂ ਹੀ ਪਵਨ ਕੁਮਾਰ ਨੇ ਪ੍ਰਸ਼ਨ ਪੁੱਛਿਆ ਸੀ ਨਾ, ਤੇ ਉਹਦੇ 'ਤੇ ਇਹਨੇ ਪ੍ਰਤੀਕਿਰਿਆ ਕੀਤੀ ਸੀ ਵੀ ਤੁਸੀਂ ਪ੍ਰਸ਼ਨ ਕਿਉਂ ਪੁੱਛ ਰਹੇ ਹੋ। ਫਿਰ ਇਹਦਾ ਉੱਤਰ ਮਿਲ ਵੀ ਗਿਆ, ਤੇ ਕੀ ਮਿਲੇਗਾ ਤੁਹਾਨੂੰ? ਤੇ ਕਿਹਾ ਸੀ ਵੀ ਮੈਨੂੰ ਵੀ ਸਵਾਲ ਉੱਠਦੇ ਹਨ, ਪਰ ਘੋਖਣ ਤੋਂ ਪਤਾ ਲੱਗਾ ਕਿ ਮਨ ਸ਼ਰਾਰਤ ਕਰ ਰਿਹਾ ਹੈ। ਇਹੋ ਕਿਹਾ ਸੀ ਨਾ। ਤੇ 5-6 ਦਿਨ ਹੀ ਤਕਰੀਬਨ ਹੋਏ ਹਨ ਇਹ ਗੱਲ ਕੀਤੀ ਨੂੰ। ਦੇਖੋ, ਤੇ ਇਹ ਭੁੱਲ ਹੀ ਗਿਆ ਹੈ ਵੀ ਮੇਰਾ ਮਨ ਵੀ ਸ਼ਰਾਰਤ ਕਰ ਰਿਹਾ ਹੈ। ਇਹ ਉੱਤਰ ਮਿਲ ਵੀ ਗਿਆ, ਤੇ ਕੀ ਮਿਲੇਗਾ ਤੁਸੀਂ ਪੁੱਛੋ ਆਪਣੇ ਮਨ ਨੂੰ। ਵੀ ਪਤਾ ਲੱਗ ਗਿਆ ਵੀ ਸ਼ਕਤੀ ਇੱਕੋ ਹੈ ਜਾਂ ਲਹਿਦਾ ਹਨ, ਤੇ ਕੀ ਮਿਲੇਗਾ? ਥੋੜ੍ਹਾ ਜਿਹਾ ਗਿਆਨ, ਬੌਧਿਕ ਸਮਝਦਾਰੀ ਹੋਰ ਵੱਧ ਜਾਵੇਗੀ। ਇੰਨਾ ਹੀ ਹੋਵੇਗਾ ਨਾ। ਜੋ ਉਪਦੇਸ਼ ਤੁਸੀਂ ਦੂਸਰੇ ਨੂੰ ਦਿੰਦੇ ਹੋ, ਉਹਦੇ 'ਤੇ ਤੁਸੀਂ ਆਪ ਹੀ ਨਹੀਂ ਅਮਲ ਕਰ ਪਾ ਰਹੇ। ਦੇਖੋ, ਪਹਿਲਾਂ ਆਪ ਅਮਲ ਕਰੋ। ਪ੍ਰਸ਼ਨ ਦੇ ਪਿੱਛੇ ਇੱਕਦਮ ਮਤ ਦੌੜੋ। ਪ੍ਰਸ਼ਨ ਕਰਤਾ ਨੂੰ ਪਹਿਲਾਂ ਸਮਝੋ ਵੀ ਕਿਉਂ ਉੱਠ ਰਿਹਾ ਹੈ। ਇਹ ਮਿਲ ਵੀ ਗਿਆ ਤੇ ਕੀ ਮਿਲੇਗਾ? ਤੇ ਮੈਂ ਤੁਹਾਡੀ ਜਾਣਕਾਰੀ ਵਧਾਉਣ ਵਾਸਤੇ ਉੱਤਰ ਨਹੀਂ ਦੇ ਰਿਹਾ। ਮੇਰਾ ਉੱਤਰ ਮੁੜ ਘਿੜ ਕੇ ਉੱਥੇ ਹੀ ਆ ਜਾਂਦਾ ਹੈ ਕੇਂਦਰ ਬਿੰਦੂ 'ਤੇ, ਅਗਰ ਤੁਸੀਂ ਸਮਝੋਗੇ ਤਾਂ, ਪਰਮਾਤਮਾ 'ਤੇ। ਹੁਣ ਤੁਸੀਂ ਕੱਲ੍ਹ ਜੋ ਕਿਹਾ ਸੀ ਉਹਨੂੰ ਫਿਰ ਤੋਂ ਸੁਣੋ, ਖਿਆਲ ਵਿੱਚ ਲਓ। ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪਰਵਾਣ। ਇੱਕ ਮਾਈ ਮਾਇਆ ਸ਼ਕਤੀ ਤੂੰ ਤਿੰਨ ਗੁਣ ਪੈਦਾ ਹੋਏ, ਰਜ ਤਮ ਤੇ ਸਤ। ਤੇ ਜਿਹੜੀ ਸ਼ਕਤੀ ਤੂੰ ਇਹ ਪੈਦਾ ਹੋਏ ਹਨ, ਉਹਦੇ ਤੋਂ ਇਹ ਭਿੰਨ ਥੋੜ੍ਹੀ ਹਨ। ਤੇ ਇਹਨਾਂ ਤੋਂ ਹੀ ਇਹ ਫਿਰ ਆਸਤੇ ਆਸਤੇ ਸਥੂਲ ਵਿਸਥਾਰ ਹੋਇਆ। ਵਿਗਿਆਨਿਕ ਆਪਣੇ ਢੰਗ ਨਾਲ ਕਹਿੰਦੇ ਹਨ, ਬਾਹਰੋਂ ਦੇਖ ਕੇ, ਉਹ ਜੋ ਬਿਜਲੀ ਸੀ, ਊਰਜਾ ਸੀ, ਉਹ ਤਿੰਨਾਂ ਹਿੱਸਿਆਂ ਵਿੱਚ ਟੁੱਟ ਗਈ। ਇਲੈਕਟ੍ਰਾਨ, ਪ੍ਰੋਟਾਨ ਤੇ ਨਿਊਟਰਾਨ। ਤੇ ਇਹਨਾਂ ਦੁਆਰਾ ਸਿਰਜਣਾ ਹੋਈ, ਤੇ ਇਹਨਾਂ ਦੁਆਰਾ ਹੀ ਸਿਰਜਣਾ ਹੋ ਰਹੀ ਹੈ। ਹੋਰ ਨਵੇਂ ਤਾਰੇ ਬਣ ਰਹੇ ਹਨ। ਤਿਵੇਂ ਹੀ ਪਹਿਲਾਂ ਧਰਤੀ ਵੀ ਇੱਕ ਤਾਰਾ ਸੀ, ਤੇ ਆਸਤੇ ਆਸਤੇ ਅਰਬਾਂ ਖਰਬਾਂ ਸਾਲਾਂ ਦੇ ਵਿੱਚ ਧੀਰੇ ਧੀਰੇ ਇਹਨੇ ਇਹ ਠੋਸ ਗ੍ਰਹਿ ਦਾ ਰੂਪ ਧਾਰਨ ਕੀਤਾ। ਫਿਰ ਧੀਰੇ ਧੀਰੇ ਪਾਣੀ ਦੀ ਮੌਜੂਦਗੀ ਹੋਈ, ਤੇ ਆਸਤੇ ਆਸਤੇ ਇਹ ਠੰਡੀ ਹੋਈ। ਜਿਵੇਂ ਕਿਹਾ ਹੈ ਨਾ, ਸਾਚੇ ਤੇ ਪਵਨਾ ਪਿਆ, ਪਵਨ ਨੇ ਤੇ ਜਲ ਹੋਏ, ਜਲ ਤੇ ਤਿਰ ਪਵਨ ਸਾਜਿਆ, ਘਟ ਘਟ ਜੋਤ ਸਮੋਏ। ਸਾਚੇ ਤੇ ਪਵਨ ਪਿਆ, ਪਵਨ ਦਾ ਭਾਵ ਹੈ ਸੂਖਸ਼ਮ ਐਨਰਜੀ, ਪਵਨ।
ਫਿਰ ਜਲ ਲਿਕੁਡ ਐਨਰਜੀ ਤਰਲ, ਫਿਰ ਧਰਤੀ ਠੋਸ ਐਨਰਜੀ। ਇਹ ਸਾਰੇ ਐਨਰਜੀ ਦੇ ਹੀ ਰੂਪ ਹਨ, ਊਰਜਾ ਦੇ ਜਾਂ ਸ਼ਕਤੀ ਦੇ ਰੂਪ ਕਹਿ ਲਈਏ। ਅਤੇ ਜਲ ਦੀ ਸਪਰਸ਼ਤਾ ਦੇ ਨਾਲ ਧਰਤੀ ਉੱਪਰ ਘਾਹ ਫੂਸ ਵਨਸਪਤੀ ਦਾ ਆਗਮਨ ਹੋਇਆ। ਫਿਰ ਕੀੜੇ ਮਕੌੜੇ ਪੈਦਾ ਹੋਣੇ ਸ਼ੁਰੂ ਹੋਏ। ਇਸੇ ਕਾਰਨ ਤਾਂ ਕਿਹਾ ਹੈ ਪਾਣੀ ਪਿਤਾ ਮਾਤਾ ਧਰਤ ਮਾਤ, ਧਰਤੀ ਮਾਤਾ ਹੈ। ਭਾਵ ਕਿ ਪਾਣੀ ਅਤੇ ਧਰਤੀ ਦੀ ਸਪਰਸ਼ਤਾ ਦੇ ਨਾਲ ਜਦੋਂ ਪਾਣੀ ਦੀਆਂ ਬੂੰਦਾਂ ਪੈਂਦੀਆਂ ਹਨ ਧਰਤੀ ਦੇ ਗਰਭ ਦੇ ਵਿੱਚ, ਉਹਦੇ ਤੋਂ ਉਤਪਤੀ ਹੁੰਦੀ ਹੈ। ਪਵਨ ਨੂੰ ਗੁਰੂ ਕਿਹਾ ਹੈ, ਭਾਵ ਕਿ ਹਵਾ ਦੁਆਰਾ ਇੱਕ ਦੂਸਰੇ ਨੂੰ ਗਿਆਨ ਦਿੱਤਾ ਜਾ ਸਕਦਾ ਹੈ। ਹਵਾ ਨਾ ਹੋਵੇ ਤੇ ਦੂਸਰੇ ਨੂੰ ਸਮਝਾਇਆ ਨਹੀਂ ਜਾ ਸਕਦਾ। ਆਵਾਜ਼ ਹਵਾ ਦੁਆਰਾ ਨਿਕਲਦੀ ਹੈ ਤੇ ਸੁਣਾਈ ਵੀ ਹਵਾ ਦੁਆਰਾ ਹੀ ਦਿੰਦੀ ਹੈ। ਫਿਰ ਉਸੇ ਹੀ ਐਨਰਜੀ ਊਰਜਾ ਜਾਂ ਸ਼ਕਤੀ ਦੁਆਰਾ ਇਹ ਉੱਪਰ ਵਨਸਪਤੀ ਪੈਦਾ ਹੋਈ, ਪੇੜ ਪੌਦੇ ਪੈਦਾ ਹੋਏ, ਜੀਵ ਜੰਤ ਪੈਦਾ ਹੋਏ, ਪਸ਼ੂ ਪੰਛੀ ਪੈਦਾ ਹੋਏ ਅਤੇ ਆਸਤੇ ਆਸਤੇ ਮਨੁੱਖ ਦਾ ਆਗਮਨ ਹੋਇਆ, ਸਰੀਰ ਬਣਿਆ। ਅਤੇ ਸਰੀਰ ਬਣਿਆ ਕਿੱਥੋਂ? ਉਸੇ ਸ਼ਕਤੀ ਤੋਂ ਹੀ ਨਾ। ਸ਼ਕਤੀ ਨੇ ਹੀ ਠੋਸ ਰੂਪ ਧਾਰਨ ਕਰ ਲਿਆ। ਫਿਰ ਘਾਹ ਫੂਸ ਆਹਾਰ ਕਹਿ ਲਈਏ, ਉਹ ਵੀ ਸਥੂਲ ਹੈ ਅਤੇ ਉਹਦੇ ਦੁਆਰਾ ਸਰੀਰ ਨੂੰ ਐਨਰਜੀ ਮਿਲਦੀ ਹੈ, ਸ਼ਕਤੀ ਮਿਲਦੀ ਹੈ, ਕਿਉਂਕਿ ਸਰੀਰ ਵੀ ਸਥੂਲ ਹੈ, ਸ਼ਕਤੀ ਦਾ ਰੂਪ। ਅਤੇ ਸਥੂਲ ਨੂੰ ਸਥੂਲ ਤੋਂ ਸ਼ਕਤੀ ਮਿਲਦੀ ਹੈ, ਪਰ ਚੱਲ ਇਹ ਉਸ ਸੂਖਸ਼ਮ ਸ਼ਕਤੀ ਦੇ ਨਾਲ ਹੀ ਰਿਹਾ ਹੈ। ਜਿਵੇਂ ਇਵੇਂ ਸਮਝ ਲਈਏ ਬਿਜਲੀ ਦਾ ਪੱਖਾ ਘਰ ਦੇ ਵਿੱਚ ਲੱਗਾ ਹੋਇਆ ਹੈ, ਪਰ ਉਹ ਚੱਲਦਾ ਪਿੱਛੋਂ ਜਿਹੜੀ ਬਿਜਲੀ ਬਣ ਰਹੀ ਹੈ ਬਹੁਤ ਦੂਰ ਉਹਦੇ ਦੁਆਰਾ। ਪਰ ਜਿੰਨੀ ਉੱਥੇ ਟਰਬਾਈਨਾਂ ਦੇ ਨਾਲ ਬਣ ਰਹੀ ਹੈ ਉਹ ਪੂਰੀ ਦੀ ਪੂਰੀ ਇਹਨੂੰ ਨਹੀਂ ਮਿਲਦੀ ਹੈ। ਅਗਰ ਪੂਰੀ ਦਿੱਤੀ ਜਾਵੇ ਪੱਖੇ ਨੂੰ ਤਾਂ ਪੱਖਾ ਸੜ ਜਾਵੇਗਾ। ਜਿੰਨੀ ਕੁ ਜ਼ਰੂਰਤ ਹੈ ਪੱਖੇ ਨੂੰ ਓਨੀ ਕੁ ਬਿਜਲੀ ਮਿਲਦੀ ਹੈ। ਅਤੇ ਪੱਖਾ ਖਰਾਬ ਹੋਵੇ ਅਤੇ ਤਾਂ ਵੀ ਨਹੀਂ ਚੱਲਣਾ ਹੈ, ਭਾਵੇਂ ਬਿਜਲੀ ਮੌਜੂਦ ਹੋਵੇ। ਇਹ ਛੋਟੀ ਜਿਹੀ ਉਦਾਹਰਣ ਹੈ। ਇਵੇਂ ਹੀ ਸਰੀਰ ਨੂੰ ਉਹ ਸੂਖਸ਼ਮ ਐਨਰਜੀ ਮਿਲਦੀ ਹੈ ਅਤੇ ਬਾਹਰੋਂ ਸਰੀਰ ਨੂੰ ਸਥੂਲ ਐਨਰਜੀ ਮਿਲਦੀ ਹੈ, ਸ਼ਕਤੀ ਮਿਲਦੀ ਹੈ ਕਹਿ ਲਈਏ। ਅਤੇ ਜਿੰਨੀ ਕੋਈ ਸਰੀਰਕ ਸ਼ਕਤੀ ਵਧਾਉਣੀ ਚਾਹੁੰਦਾ ਹੈ ਓਨੀ ਹੀ ਐਨਰਜੀ ਬਾਹਰੋਂ ਲੈਂਦਾ ਹੈ। ਇਸੇ ਕਾਰਨ ਹੀ ਵੱਧਦੀ ਹੈ ਨਾ ਸਰੀਰ ਦੀ ਸ਼ਕਤੀ। ਕਈ ਬਹੁਤ ਤਕੜਾ ਸਰੀਰ ਬਣਾ ਲੈਂਦੇ ਆ। ਇਵੇਂ ਹੀ ਕਈ ਸਾਧਕ ਸਿੱਧ ਪੁਰਸ਼ਾਂ ਨੇ ਅੰਦਰਲਾ ਜਿਹੜਾ ਸੂਖਸ਼ਮ ਸਰੀਰ ਹੈ ਨਾ, ਮਨੋ ਸਰੀਰ, ਉਹਨੂੰ ਵੀ ਬਹੁਤ ਤਕੜਾ ਬਣਾ ਲਿਆ ਸੂਖਸ਼ਮ ਐਨਰਜੀ ਲੈ ਕੇ ਅੰਦਰੋਂ। ਇੱਕ ਤੇ ਬਾਹਰ ਹੈ ਸਥੂਲ, ਉਸੇ ਐਨਰਜੀ ਦਾ ਹੀ ਰੂਪ। ਇੱਕੋ ਪਰਮਾਤਮਾ 'ਚੋਂ ਹੀ ਸਭ ਕੁਛ ਪੈਦਾ ਹੋਇਆ ਨਾ, ਸਥੂਲ ਸੂਖਸ਼ਮ। ਅੰਦਰੋਂ ਦੇਖੀਏ ਤੇ ਕੋਈ ਭੇਦ ਨਹੀਂ ਹੈ। ਜਿਹੜਾ ਪਰਮਾਤਮਾ 'ਚ ਖੜਾ ਹੋ ਕੇ ਦੇਖਦਾ ਹੈ ਨਾ, ਉੱਥੇ ਤੇ ਅਭੇਦ ਹੈ। ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪਨ ਕੀਆ ਨਾਨਕ ਆਪੇ ਹੀ ਫਿਰ ਜਾ। ਪਰ ਜਿਹੜਾ ਬਾਹਰ ਹੈ, ਬਾਹਰ ਮੁਖ ਹੈ, ਉਹਦੇ ਵਾਸਤੇ ਭੇਦ ਹੈ। ਤੁਹਾਨੂੰ ਸਮਝਾਉਣ ਵਾਸਤੇ ਭੇਦ ਕਰਕੇ ਸਮਝਾਇਆ ਜਾਂਦਾ ਹੈ।
ਚੱਲ ਤੇ ਇੱਕ ਉਹਦੇ ਵਿੱਚ ਹੀ ਸਭ ਕੁਛ ਰਿਹਾ ਹੈ। ਐਨਰਜੀ ਵੀ ਉਹਦੇ ਵਿੱਚ ਹੀ ਹੈ, ਸੂਖਸ਼ਮ ਸਤੂਲ ਵੀ ਉਹਦੇ ਵਿੱਚ ਹੀ ਚੱਲ ਰਿਹਾ ਹੈ, ਉਹਦੇ ਦੁਆਰਾ ਹੀ ਚੱਲ ਰਿਹਾ ਹੈ। ਪਰ ਬਾਹਰੋਂ ਦੇਖ ਕੇ ਲੱਗਦਾ ਹੈ ਨਾ ਵੀ ਅਲੱਗਾ ਹੈ ਸ਼ਾਇਦ, ਪਰ ਸ਼ਕਤੀ ਦੇ ਰੂਪ ਭਿੰਨ ਭਿੰਨ ਹਨ। ਜਿਹਦਾ ਸਥੂਲ ਨਾਲ ਮੋਹ ਹੈ ਸਰੀਰ ਨਾਲ, ਉਹ ਸਰੀਰ ਦੀ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਵਧਾ ਚੜਾ ਕੇ ਬਾਹਰ ਦਿਖਾਉਂਦਾ ਹੈ ਸੰਸਾਰ ਵਿੱਚ, ਆਪਣੀ ਹਉਂ ਦੀ ਤ੍ਰਿਪਤੀ ਕਰਦਾ ਹੈ, ਮੇਰੇ ਵਰਗਾ ਕੋਈ ਨਹੀਂ। ਅਤੇ ਜਿਨ੍ਹਾਂ ਨੂੰ ਆਪਣੇ ਮਨ ਨਾਲ ਮੋਹ ਹੈ ਅਤੇ ਉਹ ਆਪਣੇ ਮਨੋਂ ਸਰੀਰ ਦੀ ਸ਼ਕਤੀ ਵਧਾਉਂਦੇ ਹਨ। ਸਰੀਰ ਦੀ ਸ਼ਕਤੀ ਤਾਂ ਬਾਹਰੋਂ ਵੱਧਦੀ ਹੈ ਸਥੂਲ ਤੋਂ, ਸਥੂਲ ਹੈ ਨਾ, ਪਰ ਮਨ ਦੀ ਸ਼ਕਤੀ ਬਾਹਰੋਂ ਨਹੀਂ ਵੱਧਦੀ ਹੈ, ਦਿਖਾਈ ਜਾ ਸਕਦੀ ਹੈ ਬਾਹਰੋਂ। ਜਿਵੇਂ ਕੋਈ ਧਨ ਕਮਾਉਂਦਾ ਹੈ ਬਹੁਤ, ਤੋ ਸ਼ਕਤੀਸ਼ਾਲੀ ਹੋਣਾ ਚਾਹੁੰਦਾ ਹੈ ਵੀ ਬਹੁਤ ਧਨ ਹੋਵੇਗਾ, ਮੇਰੇ ਕੋਲ ਤਾਕਤ ਹੋਵੇਗੀ। ਜਾਂ ਕੋਈ ਰਾਜਨੀਤੀ ਦੇ ਵਿੱਚ ਦੌੜਦਾ ਹੈ ਅਤੇ ਉਹ ਆਪਣੀ ਭੌਤਿਕ ਸ਼ਕਤੀ ਵਧਾਉਂਦਾ ਹੈ, ਉਹ ਦਿਖਾਉਂਦਾ ਹੈ। ਅਤੇ ਕਈ ਆਪਣੀ ਮਾਨਸਿਕ ਸ਼ਕਤੀ ਵੀ ਵਧਾਉਂਦੇ ਹਨ, ਉਹ ਵੱਧਦੀ ਹੈ ਇਕਾਗਰਤਾ ਦੁਆਰਾ। ਜਿਵੇਂ ਸਰੀਰ ਨੂੰ ਐਨਰਜੀ ਬਾਹਰੋਂ ਮਿਲਦੀ ਹੈ, ਊਰਜਾ ਮਨ ਨੂੰ ਅੰਦਰੋਂ ਮਿਲਦੀ ਹੈ, ਮਨ ਅੰਦਰੋਂ ਊਰਜਾ ਲੈ ਕੇ ਹੀ ਬਾਹਰ ਕੰਮ ਕਰਦਾ ਹੈ। ਜਿਵੇਂ ਅੱਖਾਂ ਤੁਹਾਡੀਆਂ ਦੇਖ ਰਹੀਆਂ ਹਨ ਬਾਹਰ, ਉਹ ਅੰਦਰਲੀ ਊਰਜਾ, ਅੰਦਰਲੀ ਸ਼ਕਤੀ ਦੇ ਨਾਲ ਬਾਹਰ। ਅਤੇ ਜਿਹੜਾ ਮਨ ਬਾਹਰ ਹੀ ਭਟਕਾਉਂਦਾ ਰਹਿੰਦਾ, ਸੰਸਾਰ ਦੀ ਸ਼ਕਤੀ ਦੇ ਵਿੱਚ ਲੱਗ ਜਾਂਦਾ ਹੈ, ਉਹ ਮਾਨਸਿਕ ਤਲ 'ਤੇ ਕਮਜ਼ੋਰ ਹੁੰਦਾ ਹੈ ਅੰਦਰੋਂ, ਬਾਹਰ ਹੀ ਦਿਖਾਵਾ ਸ਼ਕਤੀ ਹੁੰਦੀ ਹੈ ਉਹਦੀ। ਤਾਂ ਮੌਤ ਤੋਂ ਡਰਦਾ ਵੀ ਬਹੁਤ ਹੈ, ਡਰੇਗਾ ਵੀ ਬਹੁਤ, ਕਿਉਂਕਿ ਅੰਦਰੋਂ ਕਮਜ਼ੋਰ ਹੈ। ਅਤੇ ਜਿਹੜਾ ਅੰਦਰੋਂ ਮਨ ਦੀ ਇਕਾਗਰਤਾ ਦੁਆਰਾ ਮਾਨਸਿਕ ਸ਼ਕਤੀ ਵਧਾਉਂਦਾ ਹੈ, ਕੋਈ ਸਿੱਧੀ ਪ੍ਰਾਪਤ ਕਰ ਲੈਂਦਾ ਹੈ, ਕੋਈ ਪਾਣੀ 'ਤੇ ਚੱਲ ਲੈਂਦਾ ਹੈ, ਥੋੜ੍ਹਾ ਜਿਹਾ ਕਈ ਉੱਪਰ ਉੱਠ ਜਾਂਦੇ ਹਨ ਧਰਤੀ ਤੋਂ, ਉਹ ਅੰਦਰੂਨੀ ਮਾਨਸਿਕ ਸ਼ਕਤੀ ਹੀ ਹੈ, ਇਕਾਗਰਤਾ ਦੁਆਰਾ ਪੈਦਾ ਹੋਈ। ਉਹਦੇ ਨਾਲ ਕਿਸੇ ਨੂੰ ਲਾਭ ਵੀ ਪਹੁੰਚਾਇਆ ਜਾ ਸਕਦਾ ਹੈ, ਹਾਨੀ ਵੀ ਪਹੁੰਚਾਈ ਜਾ ਸਕਦੀ। ਲਾਭ ਪਹੁੰਚਾਉਣ ਵਾਲੇ ਜਿਹੜੇ ਬੰਦੇ ਹਨ ਉਹਨਾਂ ਨੂੰ ਦੇਵਤਾ ਕਿਹਾ ਹੈ, ਹਾਨੀ ਪਹੁੰਚਾਉਣ ਵਾਲੇ ਜਿਹੜੇ ਹਨ ਉਹਨਾਂ ਨੂੰ ਇਹ ਰਾਖਸ਼ ਕਿਹਾ ਹੈ ਪੁਰਾਣੇ ਗ੍ਰੰਥਾਂ ਵਿੱਚ। ਅਤੇ ਹੈਗੇ ਦੋਵੇਂ ਸਿੱਧ ਸਨ, ਰਾਖਸ਼ ਵੀ ਹਰਨਾਕਸ਼ ਵਰਗੇ, ਰਾਵਣ ਵਰਗੇ, ਅਤੇ ਦੇਵਤੇ ਵੀ ਰਾਮ ਵਰਗੇ। ਫਿਰ ਇਹ ਦੋਵੇਂ ਹੀ ਸ਼ਕਤੀਆਂ ਬਾਹਰ ਜੋੜਦੀਆਂ ਹਨ। ਜਿਹੜਾ ਇਹਨਾਂ ਸ਼ਕਤੀਆਂ ਦਾ ਉਪਯੋਗ ਕਰਦਾ ਹੈ ਇਕੱਠੀਆਂ ਕਰਕੇ, ਜਿਵੇਂ ਕਿਸੇ ਨੇ ਸਰੀਰ ਤਕੜਾ ਕਰ ਲਿਆ, ਸਰੀਰ 'ਚ ਸ਼ਕਤੀ ਬਹੁਤ ਆ ਗਈ, ਤੋ ਬਾਹਰ ਦਿਖਾਉਣ ਵਾਸਤੇ ਹੀ, ਬਾਹਰ ਸੰਸਾਰੀਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਹੀ ਕਰਦਾ ਹੈ, ਤੋ ਸੰਸਾਰ ਨਾਲ ਜੁੜ ਜਾਂਦਾ ਹੈ, ਸਰੀਰ ਨਾਲ ਜੁੜ ਜਾਂਦਾ। ਅਤੇ ਜਿਹੜਾ ਮਨੋ ਸਰੀਰ ਨੂੰ, ਸੂਖਸ਼ਮ ਸਰੀਰ ਨੂੰ ਤਕੜਾ ਕਰਦਾ ਹੈ, ਤਾਂ ਉਹ ਵੀ ਸੰਸਾਰ ਦੇ ਨਾਲ ਹੀ ਬਾਹਰ ਜੁੜ ਜਾਂਦਾ ਹੈ, ਉਹ ਵੀ ਮੁਕਤ ਨਹੀਂ ਹੁੰਦਾ ਹੈ। ਭਲੇ ਦੇ ਕੰਮ ਕਰੇਗਾ ਅਤੇ ਦੇਵਤਾ ਹੋ ਜਾਵੇਗਾ, ਬੁਰੇ ਕਰੇਗਾ ਅਤੇ ਦੈਂਤ ਹੋ ਜਾਵੇਗਾ, ਰਾਖਸ਼ ਹੋ ਜਾਵੇਗਾ, ਅਤੇ ਇਹ ਭਟਕਦੇ ਹੀ ਰਹਿਣਗੇ। ਦਰਅਸਲ ਸ਼ਕਤੀ ਦੀ ਉਪਾਸਨਾ ਕਰਨ ਵਾਲੇ ਭਟਕਦੇ ਹੀ ਰਹਿਣਗੇ, ਅਤੇ ਸ਼ਕਤੀ ਦੀ ਉਪਾਸਨਾ ਸੰਸਾਰ ਵਿੱਚ ਹੁੰਦੀ ਹੈ ਵੀ ਮੇਰੇ ਕੋਲ ਸ਼ਕਤੀ ਹੋਵੇ, ਤਾਕਤਵਰ ਹੋਵਾਂ। ਇਹੋ ਕੋਸ਼ਿਸ਼ ਹੁੰਦੀ ਹੈ ਨਾ ਸਾਰੇ ਸੰਸਾਰ ਦੇ ਵਿੱਚ, ਧਨ ਕਰਕੇ, ਸਰੀਰ ਕਰਕੇ, ਅਹੁਦੇ ਕਰਕੇ, ਕੁਛ ਵਿਸ਼ਿਸ਼ਟ ਹੋਵਾਂ, ਸ੍ਰੇਸ਼ਟ ਹੋਵਾਂ, ਤਾਕਤਵਰ ਹੋਵਾਂ। ਕਈ ਬੁੱਧੀ ਦੇ ਤਲ 'ਤੇ ਆਪਣੇ ਆਪ ਨੂੰ ਤਾਕਤਵਰ ਬਣਾਉਂਦੇ ਹਨ, ਸਮਝ ਦੇ ਤਲ 'ਤੇ ਸ੍ਰੇਸ਼ਟ, ਗਿਆਨਵਾਨ, ਉਹ ਬੌਧਿਕ ਸ਼ਕਤੀ ਨੂੰ ਵਧਾਉਂਦੇ ਹਨ। ਜਿਵੇਂ ਸਰੀਰ ਦੀ ਵਰਜਿਸ਼ ਕਰੋ, ਸਰੀਰ ਦੀ ਸ਼ਕਤੀ ਵੱਧਦੀ ਹੈ, ਇੱਦਾਂ ਹੀ ਕਈ ਬੁੱਧੀ ਦੀ ਸ਼ਕਤੀ ਵਧਾਉਣ ਵਾਸਤੇ ਵਿਚਾਰ ਕਰਦੇ ਹਨ, ਅਤੇ ਜਿੰਨਾ ਜੋ ਜ਼ਿਆਦਾ ਕੋਈ ਵਿਚਾਰ ਕਰੇਗਾ ਤਾਂ ਓਨਾ ਹੀ ਉਹਦੀ ਸ਼ਕਤੀ ਵੱਧਦੀ ਹੈ। ਅਤੇ ਧਾਰਮਿਕ ਲੋਕ ਅਜੋਕੇ ਸਮੇਂ 'ਚ ਬੌਧਿਕ ਸ਼ਕਤੀ ਬਹੁਤ ਵਧਾਉਂਦੇ ਹਨ, ਉਹਨਾਂ ਦੀ ਆਪਣੀ ਵੀ ਵਧੀ ਹੈ, ਦੂਸਰਿਆਂ ਦੀ ਵਧਾਈ ਜਾਂਦੇ ਹਨ, ਵਿਚਾਰਧਾਰਾ 'ਚ ਹੀ ਉਲਝੇ ਹੋਏ, ਤਾਂ ਉਹਨਾਂ ਨੂੰ ਸਮਝਾਉਣਾ ਹੀ ਔਖਾ ਹੈ
ਜਿਵੇਂ ਸਰੀਰਕ ਤਲ 'ਤੇ ਕੋਈ ਤਕੜਾ ਹੋਵੇ ਨਾ, ਢਾਉਣਾ ਔਖਾ ਹੈ, ਇੱਦਾਂ ਬੁੱਧੀ ਜਿਨ੍ਹਾਂ ਦੀ ਤਕੜੀ ਹੈ, ਭੈਂਸ ਬਰਾਬਰ। ਫਿਰ ਇਸ ਤੋਂ ਅੱਗੇ ਜਿਹੜੇ ਕੁਛ ਕੁ ਧਾਰਮਿਕ ਹਨ, ਉਹ ਮਨੋ ਸ਼ਕਤੀ ਵਧਾਉਂਦੇ ਹਨ, ਉਹਦੇ 'ਚ ਉਲਝ ਜਾਂਦੇ ਹਨ। ਅਤੇ ਇਹਨਾਂ ਸਾਰਿਆਂ ਵਿੱਚੋਂ ਕੋਈ ਵਿਰਲਾ ਹੀ ਹੈ ਜਿਹੜਾ ਇਹ ਸਾਰੀਆਂ ਸ਼ਕਤੀਆਂ ਤੋਂ ਉੱਪਰ ਉੱਠ ਕੇ ਇਹਨਾਂ ਸ਼ਕਤੀ ਤੋਂ ਹੀ ਮੁਕਤ ਹੋ ਜਾਂਦਾ ਹੈ। ਉਹ ਜਾਣ ਲੈਂਦਾ ਹੈ ਵੀ ਸ਼ਕਤੀ ਆਪਣੇ ਢੰਗ ਦੇ ਨਾਲ ਕੰਮ ਕਰ ਰਹੀ ਹੈ, ਸਰੀਰ ਚਲਾ ਰਹੀ ਹੈ, ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਸ਼ਕਤੀ ਨਾਲ, ਮੈਂ ਸ਼ਕਤੀ ਦਾ ਮਾਲਕ ਹਾਂ, ਸ਼ਕਤੀ ਮੇਰੀ ਥੱਲੇ ਗੁਲਾਮ ਹੈ। ਤਦੇ ਕਿਹਾ ਹੈ ਨਾ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਇਹ ਸ਼ਕਤੀ ਹੈ। ਭਗਤ ਪ੍ਰਭੂ ਦੇ ਪਿਆਰੇ ਸਤਿਪੁਰਸ਼ ਸ਼ਕਤੀ ਤੋਂ ਵੀ ਮੁਕਤ ਹੋ ਜਾਂਦੇ ਹਨ। ਉਹ ਜਿੱਥੋਂ ਸ਼ਕਤੀ ਪੈਦਾ ਹੋ ਰਹੀ ਹੈ ਨਾ, ਉਹਦੇ ਵਿੱਚ ਬੈਠ ਜਾਂਦੇ ਹਨ ਅਤੇ ਦੇਖਦੇ ਹਨ ਸ਼ਕਤੀ ਦੇ ਨਜ਼ਾਰੇ, ਸ਼ਕਤੀ ਦਾ ਖੇਲ ਤਮਾਸ਼ਾ।